ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ
ਵਾਹਿਗੁਰੂ ਸਾਹਿਬ ਜੀਓ। ਨਿਜ ਪੁਰ ਮੈਂ ਗੁਰਪੁਰਖ ਅਗਾਧ, ਬਰਜੀ ਆਧ ਰੋਵਿਆਧ ਉਪਾਧ। ਤਬ ਅਕਬਰ ਦਿੱਲੀ ਤੇ ਆਵਾ, ਸਲਿਤਾ ਉੱਤਰ ਸ਼ਿਵਰ ਨਿਜ ਪਾਵਾ। ਨਿਜ ਪੁਰ ਮੈਂ ਗੁਰਪੁਰਖ ਅਗਾਧ, ਬਰਜੀ ਆਧ ਰੋਵਿਆਧ ਉਪਾਧ। ਤਬ ਅਕਬਰ ਦਿੱਲੀ ਤੇ ਆਵਾ, ਸਲਿਤਾ ਉੱਤਰ ਸ਼ਿਵਰ ਨਿਜ ਪਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਰ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਦਾਨ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਵੱਡੇ ਹੈ ਭਾਈ, ਤੈਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਦਾ ਔਰ ਸਤਿਗੁਰਾਂ ਦੇ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਆਨੰਦ ਆਪਾਂ ਮਾਈ ਭਾਈ ਮਾਣ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਕੀਰਤ ਸ਼ਰਵਣ ਕਰਨ ਵਾਸਤੇ ਆਪ ਨਿਤਾ ਪ੍ਰਤੀ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠਦੇ ਹੋ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਇਤਿਹਾਸ ਗਾਥਾ ਆਪਾਂ ਪਿਛਲੇ ਕਰੀਬ 1.5 ਵਰ੍ਹੇ ਤੋਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਸੁਣ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸੁਣਿਆ ਵਿਚਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਕੀਰਤ ਵਡਿਆਈ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਬੇਅੰਤ ਕੀਤੀ ਹੈ। ਰਾਸ ਪਹਿਲੀ ਵਿੱਚ 63 ਅੰਸੂ ਅੰਦਰ ਕਵੀ ਜੀਆਂ ਨੇ ਇੱਕ ਪ੍ਰਸੰਗ ਲਿਖਿਆ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵਾਂ ਦੀ ਕਲਿਆਣ ਕਰ ਰਹੇ ਹੈ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਨੂੰ ਭਾਗ ਲਾਏ ਹੈ। ਵੈਸੇ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸਾਰੇ ਸੰਸਾਰ 'ਤੇ ਬੜੀ ਮਿਹਰ ਹੋ ਰਹੀ ਹੈ, ਪਰ ਗੋਇੰਦਵਾਲ ਸਾਹਿਬ ਤੇ ਇਸ ਸਾਰੇ ਨਗਰ 'ਤੇ ਧੰਨ ਗੁਰੂ ਅਮਰਦਾਸ ਜੀ ਕੁਝ ਜ਼ਿਆਦਾ ਹੀ ਖੁਸ਼ ਹੈ। ਜਿਸ ਕਰਕੇ ਸਤਿਗੁਰਾਂ ਨੇ ਪਹਿਲਾਂ ਇਹ ਵਰ ਰੂਪ ਬਚਨ ਕਹੇ ਸੀ ਕਿ ਜਿੰਨਾ ਸਮਾਂ ਅਸੀਂ ਸਰੀਰ ਕਰਕੇ ਇਸ ਸੰਸਾਰ 'ਤੇ ਹਾਂ, ਭਾਵ ਗੁਰਤਾ ਸਿੰਘਾਸਣ 'ਤੇ ਹਾਂ, ਮਾਂ ਬਾਪ ਦੇ ਹੁੰਦਿਆਂ ਕਿਸੇ ਦਾ ਵੀ ਪੁੱਤ ਬੱਚਾ ਬੱਚੀ ਚੜ੍ਹਾਈ ਨਹੀਂ ਕਰੇਗਾ। ਜਿਸ ਕਰਕੇ ਬੜਾ ਸਮਾਂ ਬਤੀਤ ਹੋਇਆ। ਗੋਇੰਦਵਾਲ ਵਿੱਚ ਪ੍ਰਾਣੀ ਤਾਂ ਕੀ ਪਸ਼ੂ ਪੰਛੀ ਵੀ ਕਿਤੇ ਚੜ੍ਹਾਈ ਨਾ ਕੀਤਾ। ਬਹੁਤ ਆਬਾਦੀ ਗੋਇੰਦਵਾਲ ਸਾਹਿਬ ਦੀ ਵੱਧ ਰਹੀ ਹੈ। ਵੱਡੇ ਵੱਡੇ 25-25, 30-30 ਜੀਆਂ ਵਾਲੇ ਪਰਿਵਾਰ ਹੋ ਚੁੱਕੇ ਹੈ। ਲੰਮੀ ਉਮਰ ਦੇ ਬਜ਼ੁਰਗ ਜਿਹੜੇ ਵੈ ਇਹ ਨਹੀਂ ਫਿਰ ਕਿ ਰੋਗਾਂ ਨਾਲ ਗ੍ਰਸੇ ਹੋਣ। ਮਹਾਰਾਜ ਰੋਗ ਵੀ ਸਾਰੇ ਹੀ ਗੋਇੰਦਵਾਲ ਵਾਸੀਆਂ ਦੇ ਦੂਰ ਕਰਦੇ ਹੈ। ਇਸ ਤਰ੍ਹਾਂ ਕਵੀ ਜੀ ਕਹਿੰਦੇ ਸਮਾਂ ਬਤੀਤ ਹੋਇਆ ਤੇ ਇਹੋ ਜਿਹੀ ਮਿਹਰਾਮਤ ਸਤਿਗੁਰਾਂ ਕੀਤੀ ਹੈ। ਇੱਕ ਦਿਨ
ਵੈਸੇ ਤਾਂ ਮਹਾਰਾਜ ਨੇ ਯਮ ਨੂੰ ਤਾੜਿਆ ਹੋਇਆ ਹੈ, ਭਾਵ ਝਿੜਕਿਆ ਹੋਇਆ ਵੀ ਗੋਇੰਦਵਾਲ ਵੜਨਾ ਨਹੀਂ, ਪਰ ਫੇਰ ਵੀ ਕਿਸੇ ਭੁੱਲ ਕਾਰਨ ਜਾਣ ਲਓ, ਭੁੱਲਣ ਅੰਦਰ ਸਭ ਕੋ। ਮਹਾਰਾਜ ਦੇ ਬਚਨਾਂ ਨੂੰ ਵਿਸਾਰ ਕੇ ਤਈਏ ਤਾਪ ਦੇ ਕਾਰਨ ਇੱਕ ਵਿਧਵਾ ਖੱਤਰੀ ਕੁੱਲ ਦੀ ਮਾਈ ਦਾ ਕੱਲਾ ਕੱਲਾ ਪੁੱਤਰ ਚੜਾਈ ਕੀਤਾ। ਜਦੋਂ ਉਹ ਬੱਚਾ ਚੜਾਈ ਕੀਤਾ, ਉਹ ਸਮੇਂ ਤੀਜਾ ਪਹਿਰ ਰਾਤ ਦਾ ਚੱਲ ਰਿਹਾ ਹੈ। ਰਾਤ ਦੇ 12 ਵਜੇ ਤੋਂ ਪਿੱਛੇ ਦਾ ਸਮਾਂ, 3 ਤੋਂ ਪਹਿਲਾਂ ਦਾ ਸਮਾਂ। ਔਰ ਗੁਰੂ ਅਮਰਦਾਸ ਮਹਾਰਾਜ ਜੀ ਉਸ ਸਮੇਂ ਬਿਰਾਜੇ ਹੋਏ ਹੈ। ਇਹ ਮਾਈ ਆਪਣੇ ਮਰੇ ਹੋਏ ਪੁੱਤਰ ਨੂੰ ਵੇਖ ਕੇ ਤੇ ਹੱਥੜ ਮਾਰਦੀ ਹੈ, ਬਹੁਤ ਰੁਦਨ ਕਰਦੀ ਹੈ, ਰੋਂਦੀ ਹੈ, ਵਿਰਲਾਪ ਕਰਦੀ ਹੈ। ਫਿਰ ਇਹਨੇ ਵਿਚਾਰਿਆ ਵੀ ਮੇਰੇ ਪੁੱਤਰ ਨੂੰ ਜਿਉਂਦਾ ਕਰਨ ਦੇ ਸਮਰੱਥ ਧੰਨ ਗੁਰੂ ਅਮਰਦਾਸ ਮਹਾਰਾਜ ਹਨ। ਮਰੇ ਹੋਏ ਪੁੱਤਰ ਨੂੰ ਗੋਦੀ ਚੁੱਕ ਕੇ ਉਹ ਬੁੱਢੀ ਮਾਈ ਗੋਇੰਦਵਾਲ ਸਾਹਿਬ ਦੀ ਡਿਉੜੀ ਤੇ ਲੈ ਆਈ ਹੈ। ਇੱਥੇ ਆ ਕੇ ਫੇਰ ਰੋਂਦੀ ਹੈ, ਕੁਰਲਾਉਂਦੀ ਹੈ। ਇਸ ਤਰ੍ਹਾਂ ਵਿਰਲਾਪ ਕਰਦਿਆਂ ਚੌਥਾ ਪਹਿਰ ਰਾਤ ਦਾ ਆਰੰਭ ਹੋਇਆ, ਭਾਵ 3 ਵਜੇ ਤੜਕੇ ਦਾ ਸਮਾਂ। ਇਹ ਸਮਾਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜਾਗਣ ਦਾ ਸਮਾਂ। ਸਤਿਗੁਰੂ ਜੀ ਚੁਬਾਰਾ ਸਾਹਿਬ ਵਾਲੇ ਸਥਾਨ ਤੋਂ ਉੱਠੇ ਹੈ। ਜਦੋਂ ਸਤਿਗੁਰੂ ਉੱਠੇ ਹੈ, ਇਹ ਮਾਈ ਦੇ ਚੀਖਾਂ ਦੀ ਆਵਾਜ਼ ਸਤਿਗੁਰਾਂ ਦੇ ਕੰਨੀ ਪਈ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਆਂ ਹਜ਼ੂਰੀ ਸਿੱਖ ਭਾਈ ਬੱਲੂ ਜੀ, ਇਹਨਾਂ ਨੂੰ ਆਪਦੇ ਪਾਸ ਬੁਲਾਇਆ, ਪੁੱਛਿਆ ਕਿ ਕੀ ਕਾਰਨ ਹੈ, ਰੋਂਦਾ ਕੌਣ ਹੈ ਅੰਮ੍ਰਿਤ ਵੇਲੇ। ਬੱਲੂ ਜੀ ਨੇ ਪਤਾ ਕੀਤਾ, ਦੱਸਿਆ ਮਹਾਰਾਜ ਕੋਈ ਬਜ਼ੁਰਗ ਮਾਈ ਹੈ, ਵਿਧਵਾ, ਇਹਦਾ ਪੁੱਤਰ ਇਕਲੌਤਾ ਚੜਾਈ ਕਰ ਗਿਆ, ਜਿਸ ਕਰਕੇ ਬੜਾ ਵਿਰਲਾਪ ਕਰਦੀ ਹੈ, ਰੋਂਦੀ ਹੈ। ਸੱਚੇ ਪਾਤਸ਼ਾਹ ਜੀਆਂ ਭਾਈ ਬੱਲੂ ਜੀ ਨੂੰ ਆਖਿਆ ਕਿ ਜਾਓ ਉਹ ਮਾਈ ਨੂੰ ਕਹਿ ਦਿਓ ਵੀ ਇਹ ਅੰਮ੍ਰਿਤ ਵੇਲਾ ਹੈ, ਪਰਮੇਸ਼ਰ ਦੀ ਸਿਫਤ ਸ਼ਲਾਘਾ ਗਾਉਣ ਦਾ ਵੇਲਾ ਹੈ, ਜਿਸ ਕਰਕੇ ਰੋਦਨ ਨਾ ਕਰੇ। ਤੇ ਉਹਨੂੰ ਆਖ ਦਿਓ ਕਿ ਦਿਨ ਚੜ੍ਹਦਿਆਂ ਹੀ ਗੁਰੂ ਅਮਰਦਾਸ ਜੀ ਤੁਹਾਡਾ ਇਹ ਮ੍ਰਿਤਕ ਪੁੱਤਰ ਜਿਉਂਦਾ ਕਰਨਗੇ, ਸਤਿਗੁਰਾਂ ਦੀ ਮਿਹਰ ਹੋਵੇਗੀ। ਭਾਈ ਬੱਲੂ ਜੀਆਂ ਤਿਉਂ ਹੀ ਸ਼ਬਦ ਆਖੇ ਹੈ, ਪਰ ਪੁੱਤਰ ਦੇ ਵਿਯੋਗ ਵਿੱਚ ਉਹ ਮਾਈ ਨਾ ਰੋਣੋਂ ਹਟੀ। ਉਹ ਇਸ ਤਰ੍ਹਾਂ ਕਹਿੰਦੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਹੈ, ਗੁਰੂ ਅਮਰਦਾਸ ਜੀ ਕੇਵਲ ਤੇ ਕੇਵਲ ਤੁਹਾਡਾ ਹੀ ਆਸਰਾ ਹੈ, ਤੁਸੀਂ ਮਿਹਰ ਕਰੋ, ਮੇਰੇ ਮੋਏ ਹੋਏ ਪੁੱਤਰ ਨੂੰ ਜਿਉਂਦਾ ਕਰ ਦਿਓ। ਬਹੁਤ ਵਿਰਲਾਪ ਕਰਦੀ ਮਾਈ ਨੂੰ ਦੁਖੀ ਹੁੰਦੀ ਵੇਖ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਨ ਵਿੱਚ, ਵੈਸੇ ਤਾਂ ਸਤਿਗੁਰੂ ਹੈ ਹੀ ਦਇਆ ਰੂਪ, ਪਰ ਫਿਰ ਮਹਾਰਾਜ ਨੇ ਵੈਸੇ ਅੰਮ੍ਰਿਤ ਵੇਲੇ ਇਹ ਸਤਿਗੁਰਾਂ ਕੌਤਕ ਕਰਨਾ ਸੀ, ਪਰ ਮਾਈ ਦਾ ਡਾਢਾ ਦੁੱਖ ਜਾਣ ਕੇ ਸੱਚੇ ਪਾਤਸ਼ਾਹ ਜੀ ਉਸੇ ਸਮੇਂ ਇਸ਼ਨਾਨ ਪਾਣ ਕਰਕੇ ਇਹ ਮਾਈ ਜਿੱਥੇ ਆਪਣੇ ਮੋਏ ਹੋਏ ਪੁੱਤਰ ਨੂੰ ਲੈ ਕੇ ਬੈਠੀ ਹੈ, ਜਾਂ ਸਤਿਗੁਰ ਆਪਣਾ ਸੱਜਾ ਚਰਨ ਉਹ ਬੱਚੇ ਦੇ ਸੀਸ ਨੂੰ ਛੁਹਾਇਆ, ਝਾਟੀ ਉਹ ਬੱਚਾ ਜਿਉਂਦਾ ਹੋਇਆ, ਜਿਵੇਂ ਕੋ ਸੁੱਤਾ ਪ੍ਰਾਣੀ ਉੱਠਦਾ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਗੁਰੂ ਅਮਰਦਾਸ ਜੀ ਚਾਹੁਣ ਤੇ ਬਿਨਾਂ ਸਵਾਸ ਤੋਂ ਵੀ ਪ੍ਰਾਣੀ ਦੀ ਰੱਖਿਆ ਕਰਨ। ਤੋ ਇਸ ਤਰ੍ਹਾਂ ਦੀ ਮਹਿਮਾ ਕਵੀ ਜੀਆਂ ਲਿਖੀ ਹੈ। ਫਿਰ ਸਤਿਗੁਰਾਂ ਦੀ ਮਹਿਮਾ ਕਿੰਨੀ ਹੈ, ਕਹਿੰਦੇ ਜੇ ਸਤਿਗੁਰੂ ਚਾਹੁਣ ਤੇ ਜਿੱਥੇ ਪਹਾੜ ਉੱਥੇ ਡੂੰਘੇ ਸਮੁੰਦਰ ਬਣਾ ਦੇਣ, ਗੁਰੂ ਅਮਰਦਾਸ ਜੀ ਚਾਹੁਣ ਤੇ ਸਮੁੰਦਰਾਂ ਦੀ ਥਾਵੇਂ ਪਹਾੜ ਖੜੇ ਕਰ ਦੇਣ, ਗੁਰੂ ਅਮਰਦਾਸ ਜੀ ਚਾਹੁਣ ਤੇ ਪਹਾੜ ਦਾ ਧੂੜ ਬਣਾ ਕੇ ਫੂਕ ਮਾਰ ਉਡਾ ਦੇਣ, ਤੇ ਜਿੱਥੇ ਰੇਤੇ ਦਾ ਕਿਣਕ ਹੈ ਉਹਨੂੰ ਸੁਮੇਰ ਪਰਬਤ ਵੱਡਾ ਬਣਾ ਦੇਣ। ਤੋ ਇਹੋ ਜਿਹੀ ਦਇਆ ਗੁਰੂ ਅਮਰਦਾਸ ਮਹਾਰਾਜ ਕਿਰਪਾ ਦੇ ਖਜ਼ਾਨਿਆਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਆਪਾਂ ਇਹ ਸਤਿਗੁਰੂ ਘਰ ਦੀਆਂ ਵਡਿਆਈਆਂ ਸੁਣ ਰਹੇ ਹਾਂ। ਅੱਗੇ ਕੁਝ ਪ੍ਰਸੰਗ ਰਹਿ ਗਿਆ ਸੀ, ਅਕਬਰ ਬਾਦਸ਼ਾਹ ਦਾ ਆਰੰਭ ਹੋਇਆ ਸੀ। ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਜਦੋਂ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ, ਉਸ ਸਮੇਂ ਦਿੱਲੀ ਦਾ ਪਾਤਸ਼ਾਹ ਅਕਬਰ ਤਖਤ ਤੇ ਬੈਠਾ ਹੈ। ਇਹਨੇ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਮਹਿਮਾ ਸੁਣੀ, ਵਿਚਾਰ ਕੀਤੀ ਵੀ ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਪਰਮੇਸ਼ਰ ਸਰੂਪ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਏ। ਨਿਮਰਤਾ ਸਹਿਤ
ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਅਕਬਰ ਪਾਤਸ਼ਾਹ ਦਿੱਲੀ ਪਹੁੰਚਾ। ਵਾਹਿਗੁਰੂ ਗੋਇੰਦਵਾਲ ਪਹੁੰਚਾ। ਉਹ ਕਥਾ ਸਾਰੀ ਆ ਰਹੀ ਹੈ, ਜਿਵੇਂ ਆਉਂਦੀ ਆਪਾਂ ਸੁਣੀਏ ਜੀ। ਮਨ ਚਿਤ ਬਿਰਤੀ ਇਕਾਗਰ ਕਰੋ, ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾਈਏ। ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਜਪੁਰ ਮੈਂ ਗੁਰਪੁਰਖ ਆਗਾਧ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਦੱਸਦੇ ਆ, ਕਹਿੰਦੇ ਆ ਸਤਿਗੁਰਾਂ ਦਾ ਆਪਣਾ ਨਗਰ ਜਿਹੜਾ ਗੋਇੰਦਵਾਲ ਸਾਹਿਬ ਹੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਇਹ ਪਾਵਨ ਪਵਿੱਤਰ ਜੋ ਨਗਰ ਗੋਇੰਦਵਾਲ ਹੈ। ਬਰਜੀ ਆਧਰ ਵਿਆਧ ਉਪਾਧ। ਸਤਿਗੁਰੂ ਜੀਆਂ ਨੇ ਆਦਿ ਵਿਆਧੀ ਉਪਾਧੀ ਇਹ ਤਿੰਨੇ ਤਾਪ ਹੀ ਵਰਜ ਛੱਡੇ ਆ, ਰੋਗ ਛੱਡੇ ਆ। ਆਦਿ ਮਨ ਦੇ, ਵਿਆਧੀ ਸਰੀਰ ਦੇ, ਉਪਾਧੀ ਉੱਪਰੋਂ ਪੈਣ ਵਾਲੇ ਸਾਰੇ ਝਗੜੇ ਝੇੜੇ ਰੋਗ ਸਤਿਗੁਰਾਂ ਸਾਰੇ ਵਰਜ ਛੱਡੇ ਆ, ਰੋਕ ਛੱਡੇ ਆ, ਝੜਕ ਛੱਡੇ ਆ। ਤਬ ਅਕਬਰ ਦਿੱਲੀ ਤੇ ਆਵਾ। ਇੱਧਰ ਅਕਬਰ ਬਾਦਸ਼ਾਹ ਦਿੱਲੀ ਦਾ ਜੋ ਇਹ ਬਾਦਸ਼ਾਹ ਨੇ ਮਹਾਰਾਜ ਦੀ ਮਹਿਮਾ ਸੁਣੀ ਤੇ ਦਿੱਲੀੋਂ ਚੱਲਿਆ ਹੈ, ਚੱਲਣ ਦੀ ਤਿਆਰ ਹੋਇਆ ਹੈ। ਸਲਿਤਾ ਉੱਤਰ ਸਿਵਰ ਨਿਜ ਪਾਵਾ। ਉਥੋਂ ਚੱਲਿਆ ਤੇ ਜਿੱਥੇ ਸਾਧ ਸੰਗਤ ਦੀ ਹੁਣ ਬਿਆਸ ਦਰਿਆ ਆ, ਇਹਦੇ ਇੱਕ ਪਾਸੇ ਗੋਇੰਦਵਾਲ ਸਾਹਿਬ ਹੈ ਤੇ ਇੱਕ ਪਾਸੇ ਦੂਸਰੇ ਪਾਸੇ ਭਾਵ ਗੋਇੰਦਵਾਲ ਤੋਂ ਵਿਪਰਜੈ ਪਾਸੇ ਇਹ ਅਕਬਰ ਪਾਤਸ਼ਾਹ ਸਮੇਤ ਲਸ਼ਕਰ ਲਾਮੋਂ ਦੇ ਫੌਜ ਦੇ ਸਮੇਤ ਨੇ ਉਤਾਰਾ ਕੀਤਾ, ਡੇਰਾ ਲਾ ਲਿਆ ਹੈ। ਲਵਪੁਰ ਕੋ ਗਮਨਤ ਤਹਿ ਰਹਿਓ। ਕਿਉਂਕਿ ਉਸ ਸਮੇਂ ਲਵਪੁਰ ਲਾਹੌਰ ਨੂੰ ਕਹਿੰਦੇ ਆ। ਇਹ ਰਸਤਾ ਜਿਹੜਾ ਦਿੱਲੀੋਂ ਲਾਹੌਰ ਜਾਂਦਾ ਹੈ, ਵਿਚਕਾਰ ਗੋਇੰਦਵਾਲ ਪੈਂਦਾ ਸੀ। ਸਾਰੇ ਵੱਡੇ ਪਾਤਸ਼ਾਹੀ ਜਿਹੜੇ ਲੋਕ ਹੈ, ਸਾਰੇ ਹੀ ਜਿਹੜੇ ਸ਼ਾਹੀ ਲੋਕ, ਸ਼ਾਹੀ ਖਜ਼ਾਨੇ ਤੇ ਆਦਿ ਫੌਜਾਂ ਸਾਰੀਆਂ ਇਸ ਰਸਤੇ ਗੁਜ਼ਰ ਕੇ ਦਿੱਲੀੋਂ ਲਾਹੌਰ ਤੇ ਲਾਹੌਰੋਂ ਦਿੱਲੀ ਜਾਂਦੇ ਸੀ। ਇਹ ਲਾਹੌਰ ਜਾਣਾ ਸੀ ਇਹ ਅਕਬਰ ਪਾਤਸ਼ਾਹ ਨੇ, ਤੇ ਨਾਲ ਕਹਿੰਦਾ ਮਹਾਰਾਜ ਦੇ ਦਰਸ਼ਨ ਪਹਿਲਾਂ ਕਰ ਚੱਲੀਏ। ਬਿਆਸ ਦਰਿਆ ਦੇ ਕੰਢੇ ਉਤਰਿਆ ਹੈ। ਨਿਕਟ ਹੋਏ ਗੁਰ ਕੇ ਸਿੱਖ ਕਹਿਓ। ਤੇ ਇਧਰ ਸਤਿਗੁਰਾਂ ਦੇ ਲਾਗੇ ਜਿਹੜੇ ਸਿੱਖ ਆ ਹਜਰਤ ਸੋ ਸਤਿਗੁਰ ਇਸ ਪੁਰ ਹੈ। ਤੇ ਭਾਵ ਕਿ ਜਿਹੜਾ ਵੈ ਇਹਦਾ ਹੈ ਨਾ ਸੇਵਕ ਅਕਬਰ ਦਾ, ਉਹਦਾ ਨਾਮ ਜਿਹੜਾ ਹੈ ਉਹ ਸਾਧ ਸੰਗਤ ਜੀ ਤਾਹਰ ਬੇਗ ਖਾਂ ਆਉਂਦਾ। ਤਵਾਰੀਖ ਗੁਰੂ ਖਾਲਸਾ ਅੰਦਰ ਇਹ ਉਹੀ ਪਠਾਨ ਹੈ ਜਿਹਨੇ ਗੋਂਦੇ ਖੱਤਰੀ ਦੇ ਪੁੱਤਰ ਨੇ ਜਦੋਂ ਮਹਾਰਾਜ ਤੇ ਮੁਕੱਦਮਾ ਕੀਤਾ ਦਿੱਲੀ, ਇਹਨੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਘਰ ਦੀ ਮਹਿਮਾ ਬਾਰੇ ਜਾਣੂ ਕਰਵਾਇਆ ਸੀ ਅਕਬਰ ਪਾਤਸ਼ਾਹ ਨੂੰ। ਇਹ ਉਹੀ ਤਾਹਰ ਬੇਗ ਖਾਂ ਹੈ। ਜਦੋਂ ਚਿਤੌੜਗੜ੍ਹ ਦੇ ਕਿਲੇ ਦਾ ਕੰਧ ਨਾ ਢਹਿ ਰਹੀ ਸੀ, ਉਹ ਜਿੱਤਿਆ ਨਹੀਂ ਸੀ ਜਾ ਰਿਹਾ ਅਕਬਰ ਪਾਤਸ਼ਾਹ ਤੋਂ, ਅਕਬਰ ਨੇ ਇਸੇ ਹੀ ਤਾਹਰ ਬੇਗ ਖਾਂ ਨੂੰ ਗੋਇੰਦਵਾਲ ਭੇਜਿਆ ਸੀ ਵੀ ਪੁੱਛ ਕੇ ਆਓ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਕਿਲ੍ਹਾ ਕਦੋਂ ਫਤਿਹ ਹੋਵੇਗਾ। ਤੋ ਮਹਾਰਾਜ ਨੇ ਉਹ ਜਿਵੇਂ ਅੱਗੇ ਆ ਹੀ ਜਾਣਾ ਉਹ ਪ੍ਰਸੰਗ ਕੀ ਆਖਿਆ। ਉਹ ਜਿਹੜਾ ਤਾਹਰ ਬੇਗ ਖਾਨ ਜਰਨੈਲ ਹੈ ਪਠਾਨ, ਉਹ ਧੰਨ ਗੁਰੂ ਅਮਰਦਾਸ ਦੀ ਮਹਿਮਾ ਦੱਸਦਾ ਹੈ। ਉਹ ਕਹਿੰਦਾ ਹੈ ਅਕਬਰ ਬਾਦਸ਼ਾਹ ਦੇ ਤਾਈ ਕਿ ਜਿਹੜੇ ਗੁਰੂ ਅਮਰਦਾਸ ਹੈ ਉਹ ਐਸੇ ਹਜ਼ਰਤ ਕਹਿੰਦੇ ਆ ਵਲੀ ਜਿਹੜਾ ਪਰਮੇਸ਼ਰ ਦਾ ਸਰੂਪ ਹੋਵੇ। ਤੋ ਜਿਹੜੇ ਉਹ ਪਾਤਸ਼ਾਹ ਹਨ ਧੰਨ ਗੁਰੂ ਅਮਰਦਾਸ ਜੀ ਇਸੇ ਨਗਰ ਵਿੱਚ ਰਹਿੰਦੇ ਆ ਗੋਇੰਦਵਾਲ। ਜਿਨ ਕੋ ਬਚਨ ਆਪ ਕੋ ਫੁਰ ਹੈ। ਤੇ ਇਹ ਅਕਬਰ ਪਾਤਸ਼ਾਹ ਜਿਹੜੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਤੁਹਾਡੇ ਤਾਈਂ ਇਕਰੀ ਫੁਰਿਆ ਸੀ ਜਦੋਂ ਤੁਸੀਂ ਮੈਨੂੰ ਭੇਜਿਆ ਸੀ ਵੀ ਚਿਤੌੜਗੜ੍ਹ ਦਾ ਕਿਲ੍ਹਾ ਕਦੋਂ ਟੁੱਟੇਗਾ, ਉਦੋਂ ਮਹਾਰਾਜ ਦਾ ਜਿਵੇਂ ਬਚਨ ਫੁਰਿਆ ਸੀ ਪੂਰਾ ਹੋਇਆ ਸੀ। ਸੁਨ ਅਕਬਰ ਨੇ ਹਿਰਦੇ ਵਿਚਾਰੀ। ਅਕਬਰ ਨੇ ਆਪਦੇ ਤਾਹਰ ਬੇਗ ਖਾਂ ਸੈਨਿਕ ਤੋਂ ਫੌਜਦਾਰ ਤੋਂ ਸੁਣ ਕੇ ਮਨ ਵਿੱਚ ਵਿਚਾਰ ਕੀਤੀ ਹੈ। ਗੜ ਚਿਤੌੜ ਕੀ ਬਾਤ ਚਿਤਾਰੀ। ਕਿ ਹਾਂ ਚੇਤਾ ਆਇਆ ਵੀ ਜਿਹੜਾ ਚਿਤੌੜਗੜ੍ਹ ਦਾ ਜਦੋਂ ਕਿਲ੍ਹਾ ਫਤਿਹ ਨਹੀਂ ਸੀ ਹੁੰਦਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਵੀ ਇੱਧਰ ਸਾਡੀ ਬੌਲੀ ਦਾ ਕੜ ਟੁੱਟੇਗਾ ਤੇ ਉਧਰ ਤੁਹਾਡੇ ਚਿਤੌੜਗੜ੍ਹ ਦੇ ਕਿਲ੍ਹੇ ਦੀ ਕੰਧ ਡਿੱਗੇਗੀ। ਤੇ ਉਹ ਬਚਨ ਮਹਾਰਾਜ ਦਾ ਪੂਰਾ ਹੋਇਆ ਸੀ।
ਅਕਬਰ ਨੂੰ ਸਭ ਯਾਦ ਆਇਆ ਹੈ, ਯਾਦ ਕੀਤਾ ਵਿਚਾਰਿਆ ਹੈ। ਧਰ ਪ੍ਰਤੀਤ ਦਰਸ਼ਨ ਕੋ ਚਾਹਿਓ। ਬੇਅੰਤ ਭਰੋਸਾ ਗੁਰੂ ਅਮਰਦਾਸ ਮਹਾਰਾਜ ਤੇ ਰੱਖ ਕਰਕੇ ਤੇ ਦਰਸ਼ਨਾਂ ਦੀ ਇੱਛਾ ਕੀਤੀ ਹੈ। ਉੱਤਮ ਲੀਨ ਉਪਾਇ ਨ ਪਾਹਿਓ। ਸਤਿਗੁਰਾਂ ਵਾਸਤੇ ਚੰਗੀਆਂ ਭੇਟਾਵਾਂ, ਸੋਹਣੇ ਕੱਪੜੇ, ਮਹਿੰਗੀਆਂ ਖਾਸ ਵਿਸ਼ੇਸ਼ ਵਸਤੂਆਂ ਜਿਹੜੀਆਂ ਲੈ ਲਈਆਂ ਹਨ। ਸੁਧ ਹృਦੈ ਬੇਹਿਤ ਪਠਿਓ ਮਸਾਹਿਬ। ਤੇ ਸੁਧ ਖਬਰ ਦੇਣ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਵਿੱਚ ਕਿ ਅਕਬਰ ਪਾਤਸ਼ਾਹ ਆ ਰਿਹਾ ਹੈ, ਪਹਿਲਾਂ ਹੀ ਖਬਰ ਭੇਜਣ ਵਾਸਤੇ, ਦੱਸਣ ਵਾਸਤੇ ਆਪਦਾ ਖਬਰੀ ਜਿਹੜਾ ਭੇਜ ਦਿੱਤਾ ਹੈ ਗੋਇੰਦਵਾਲ। ਤੀਰ ਬਾਪਿਕਾ ਬੈਠੇ ਸਾਹਿਬ। ਤੇ ਇਹ ਜਦੋਂ ਗਿਆ ਨਾ ਖਬਰੀ ਖਬਰ ਦੇਣ, ਜਿੱਥੇ ਹੁਣ ਗੋਇੰਦਵਾਲ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਗੁਰੂ ਘਰ ਹੈ ਬੌਲੀ ਸਾਹਿਬ ਦੇ ਨਾਲ, ਗੁਰੂ ਅਮਰਦਾਸ ਜੀ ਪਾਤਸ਼ਾਹ ਜ਼ਿਆਦਾਤਰ ਇੱਥੇ ਹੀ ਬਿਰਾਜਿਆ ਕਰਦੇ ਸਨ, ਉੱਥੇ ਹੀ ਥੜਾ ਸਾਹਿਬ ਹੈ। ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਬਿਆਸ ਦੇ ਕੰਢੇ ਉੱਪਰ ਬੈਠੇ ਹੋਏ ਐ। ਬੱਲੂ ਬੋਲਿਓ ਬੰਦਤ ਹਾਥ। ਤੇ ਉਹ ਖਬਰ ਮਿਲੀ ਭਾਈ ਬੱਲੂ ਜੀ ਨੂੰ, ਸਤਿਗੁਰਾਂ ਦਾ ਹਜੂਰੀ ਸਿੱਖ ਭਾਈ ਬੱਲੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਤਾਈਂ ਬੇਨਤੀ ਕਰਦਾ ਹੈ। ਪਾਤਸ਼ਾਹ ਇਹੋ ਦਿੱਲੀ ਨਾਥ। ਇਹ ਧੰਨ ਗੁਰੂ ਅਮਰਦਾਸ ਜੀ ਜਿਹੜਾ ਦਿੱਲੀ ਦਾ ਮਾਲਕ ਨਾਥ ਹੈ, ਦਿੱਲੀ ਤਖਤ ਦਾ ਬੈਠਣ ਵਾਲਾ ਬਾਦਸ਼ਾਹ ਅਕਬਰ, ਦਰਸ਼ਨ ਕੋ ਆਵਤੋ ਤਰ ਪਾਉ। ਬੜਾ ਪ੍ਰੇਮ ਸ਼ਰਧਾ ਰੱਖ ਕੇ ਸਤਿਗੁਰੂ ਜੀ ਦਿੱਲੀੋਂ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਇਆ ਬੈਠਾ ਹੈ। ਉਹ ਬਾਹਰ ਬਿਆਸ ਦਰਿਆ ਦੇ ਕੰਢੇ ਤੇ ਮਹਾਰਾਜ ਉਹ ਡੇਰਾ ਲਾ ਬੈਠਾ ਹੈ। ਚਹੀਆ ਪਾਵੜੇ ਇਸ ਅਗਵਾਉ। ਤੇ ਮਹਾਰਾਜ ਮੈਂ ਚਾਹਣਾ ਵੀ ਚਲੋ ਜਿਹੜੇ ਪਾਵੜੇ, ਉਹ ਕਹਿੰਦੇ ਆ ਜਿਹੜਾ ਠਾਕਿਆ ਹੋਇਆ ਬਸਤਰ ਹੁੰਦਾ, ਜਿਵੇਂ ਆ ਪਿਆ ਆਪਣੇ ਇੱਥੇ, ਇਸ ਤਰ੍ਹਾਂ ਨੂੰ ਪਾਵੜੇ ਕਹਿੰਦੇ ਆ, ਜਿਵੇਂ ਉਹ ਅੱਗੇ ਵਿਛਾਉਂਦੇ ਹੁੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ, ਜਾਂ ਹੋਰ ਬਾਦਸ਼ਾਹ ਲੋਕ ਜਿਹੜੇ ਆ, ਪਹਿਲਾਂ ਰਿਵਾਜ ਰਿਹਾ ਬੜਾ ਸਮਾਂ ਹੈ, ਕੋਈ ਮਹਾਂਪੁਰਸ਼ ਸਾਧੂ ਆਉਂਦਾ ਸੀ, ਉਹਦੇ ਅੱਗੇ ਠਾਕਿਆ ਹੋਇਆ ਬਸਤਰ ਬੜਾ ਸਾਫ਼, ਜਾਂ ਬੜੇ ਰੰਗ ਬਰੰਗੇ ਸੂਹੇ ਬਸਤਰ, ਜਿਹਨੂੰ ਆ ਹੁਣ ਮੈਟ ਜੇ ਕਹਿ ਦਿੰਦੇ ਆ, ਉਹ ਜਰਾ ਹੋਰ ਤਰ੍ਹਾਂ ਦਾ ਸੀ, ਹੱਥ ਦੇ ਬਣੇ ਹੋਏ, ਤੇ ਉਹ ਪਾਵੜੇ ਆਖਦੇ ਸੀ ਉਹਨਾਂ ਨੂੰ। ਉਹ ਪਾਵੜੇ ਕਹਿ ਲਓ, ਆ ਵਿਛਾਈਆਂ ਅੱਗੇ ਕਹਿ ਲਓ। ਭਾਈ ਬੱਲੂ ਜੀ ਕਹਿੰਦੇ ਆ ਮਹਾਰਾਜ ਪ੍ਰੇਮ ਰੱਖ ਕੇ ਬਾਦਸ਼ਾਹ ਆਇਆ ਹੈ, ਉਹਦੇ ਅੱਗੇ ਆਪਾਂ ਪਾਵੜੇ ਵਿਛਾਈਏ, ਭਾਵ ਜਿਹੜੀ ਉਹਦੇ ਚੱਲਣ ਵਾਸਤੇ ਅੱਗੇ ਵਿਛਾਈ ਕੀਤੀ ਜਾਵੇ। ਤਾਂ ਇਮ ਕਹਿ ਆਇਸ ਲੈ ਉਤਲਾਇਬ। ਮਹਾਰਾਜ ਜੀ ਆਗਿਆ ਦੇ ਦਿੱਤੀ ਵੀ ਜਿਵੇਂ ਭਾਈ ਬੱਲੂ ਤੈਨੂੰ ਠੀਕ ਲੱਗਦਾ ਕਰ ਲਓ। ਇਸ ਤਰ੍ਹਾਂ ਸਤਿਗੁਰਾਂ ਤੋਂ ਹੁਕਮ ਆਗਿਆ ਲੈ ਕਰਕੇ ਭਾਈ ਬੱਲੂ ਜੀਆਂ ਛੇਤੀ ਹੀ ਰਚਿਰ ਪਟੰਬਰ ਬਹ ਮੰਗਵਾਇਬ। ਤੇ ਬੜੇ ਸੁੰਦਰ ਜਿਹੜੇ ਆ ਉਹ ਠਾਕੇ ਹੋਏ ਬਸਤਰ ਵਿਛਾਈਆਂ ਅਕਬਰ ਪਾਤਸ਼ਾਹ ਦੇ ਚੱਲਣ ਨੂੰ ਮੰਗਵਾ ਲਈਆਂ ਹਨ। ਚੱਲਿਓ ਸਿਬਰ ਤੇ ਅਕਬਰ ਸ਼ਾਹੂ। ਤੇ ਇਧਰ ਜਿਹੜਾ ਅਕਬਰ ਬਾਦਸ਼ਾਹ ਹੈ, ਇਹ ਚੱਲਿਆ ਹੈ, ਉਹ ਆਪਣੇ ਸ਼ਮਿਆਨਿਆਂ ਦੇ ਵਿੱਚੋਂ ਬਾਹਰ ਦੇ ਤਾਈਂ ਬਾਹਰ ਨੂੰ ਚੱਲਿਆ ਹੈ ਗੋਇੰਦਵਾਲ ਨੂੰ ਆਉਣ ਵਾਸਤੇ। ਅਸਵਾਰੀ ਤਜ ਆਦਿਕ ਬਾਹੂ। ਪਰ ਅਕਬਰ ਬਾਦਸ਼ਾਹ ਦੇ ਹਿਰਦੇ ਵਿੱਚ ਪ੍ਰੇਮ ਬੜਾ ਹੈ। ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਨੇ ਸਾਰੀਆਂ ਹੀ ਅਸਵਾਰੀਆਂ ਛੱਡ ਦਿੱਤੀਆਂ, ਪਾਲਕੀ, ਘੋੜੇ, ਹਾਥੀ ਸਭ ਕਹਿੰਦਾ ਇੱਥੇ ਹੀ ਰਹਿਣ ਦੋ, ਤੇ ਪੈਦਲ ਚੱਲ ਤੁਰਿਆ ਹੈ। ਤਹ ਤੇ ਕਰੇ ਪਾਵੜੇ ਪਾਵਨ। ਤੇ ਇਧਰ ਫਿਰ ਭਾਈ ਬੱਲੂ ਜੀਆਂ ਨੇ ਵਿਛਾਈਆਂ ਹੋਈਆਂ ਪਾਵੜੇ ਅੱਗੇ, ਵੀ ਅਕਬਰ ਪਾਤਸ਼ਾਹ ਦੇ ਤੇ ਚੱਲ ਕੇ ਆਵੇ, ਕਿਉਂ ਦਿੱਲੀ ਦੇ ਤਖਤ ਦਾ ਬਾਦਸ਼ਾਹ ਸ਼ਰਧਾ ਧਾਰ ਕੇ ਆਇਆ। ਤੋ ਇਸ ਤਰ੍ਹਾਂ ਅੱਗੇ ਜਦੋਂ ਇਹ ਵਿਛਾਈ ਕੀਤੀ ਹੋਈ ਹੈ ਭਾਈ ਬੱਲੂ ਜੀ ਇਹਦੇ ਚੱਲਣ ਵਾਸਤੇ, ਰਿਦਲ ਪਟੰਬਰ ਹਿਤ ਸੁਖ ਪਾਵਨ। ਤੇ ਬੜੇ ਕੂਲੇ ਜਿਹੜੇ ਕੱਪੜੇ ਹੈ, ਭਾਵ ਜਿਹੜੀ ਵਿਛਾਈ ਕੀਤੀ ਹੈ ਪਾਵੜੇ, ਤਾਂ ਕਿ ਅਕਬਰ ਪਾਤਸ਼ਾਹ ਦੇ ਕੂਲੇ ਕੋਮਲ ਚਰਨੇ ਦੇ ਉੱਪਰ ਰੱਖ ਕੇ ਸੁਖ ਪ੍ਰਾਪਤ ਕਰੇ। ਸ਼ੋਭ ਮਤ ਸ਼ਾਹ ਬਿਲੋਕਨ ਕਰਿਓ। ਜਦੋਂ ਇਹ ਵਿਛਾਈ ਕੀਤੀ ਹੋਈ ਸ਼੍ਰੇਸ਼ਟ ਮਤ ਵਾਲੇ ਅਕਬਰ ਪਾਤਸ਼ਾਹ, ਚੰਗੀ ਨਿਮਰਤਾ ਵਾਲੀ ਸੁੰਦਰ ਮੱਤ ਵਾਲੇ ਅਕਬਰ ਬਾਦਸ਼ਾਹ ਨੇ ਜਦੋਂ ਵੇਖਿਆ ਵੀ ਗੁਰੂ ਕਿਆਂ ਨੇ ਸਾਡੇ ਵਾਸਤੇ ਵਿਛਾਈ ਕੀਤੀ ਹੋਈ ਹੈ, ਉਪਰ ਪਾਵ ਨਾ ਤਿਸ ਕੇ ਧਰਿਓ। ਅਕਬਰ ਬਾਦਸ਼ਾਹ ਨੇ ਉਹ ਕੀਤੀ ਹੋਈ ਵਿਛਾਈ ਦੇ ਉੱਪਰ ਪੈਰ ਨਹੀਂ ਰੱਖਣਾ ਕੀਤਾ ਹੈ, ਇਹ ਨਹੀਂ ਉਹਦੇ ਉੱਤੇ ਚੱਲਿਆ ਹੈ। ਨਿਜ ਕਰਤੇ ਉਠਾਏ ਨਿਰਵਾਰੇ। ਉਲਟਾ ਆਪਦੇ ਹੱਥ ਦੇ ਨਾਲ ਉਹ ਜਿਹੜੀ ਪਾਵੰਡੇ ਵਿਛਾਏ ਹੋਏ ਨਾ, ਦਰੀਆਂ ਵਿਛਾਈਆਂ, ਉਹ ਚੁੱਕ ਕੇ ਤੇ ਇੱਕ ਪਾਸੇ ਰੱਖ ਦਿੱਤੇ ਹੈ, ਪਰੇ ਕਰ ਦਿੱਤੇ ਰਸਤੇ ਵਿੱਚੋਂ। ਗਮਨਿਓ ਪਗਨ ਨੰਬਰਤਾ ਧਾਰੇ। ਤੇ ਨਿਮਰਤਾ ਰੱਖ ਕੇ ਤੱਤੇ ਰੇਤੇ ਤੇ ਨੰਗੇ ਪੈਰੀਂ ਚੱਲ ਕੇ ਅਕਬਰ ਬਾਦਸ਼ਾਹ ਦਿੱਲੀ ਦੇ ਤਖਤ ਦਾ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਚੱਲਿਆ।
ਹੁਣ ਵੇਖ ਲਓ ਇੱਥੇ ਕਈ ਉਹ ਜਰਾਬਾਂ ਨਹੀਂ ਲਾਉਂਦੇ, ਗੁਰੂ ਘਰਿਓਂ ਹੀ ਵੜ ਜਾਂਦੇ ਆ। ਅਕਬਰ ਦਿੱਲੀ ਦੇ ਤਖਤ ਦਾ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਵਾਸਤੇ ਤੱਤੇ ਰੇਤੇ ਤੇ, ਕਿਉਂ ਦਰਿਆ ਦੇ ਕੰਢੇ ਰੇਤਾ ਹੁੰਦਾ, ਤੱਤੇ ਰੇਤੇ ਤੇ ਆਪਦੇ ਜਿਨ੍ਹਾਂ ਕਦੇ ਜੁੱਤੀਓਂ ਪੈਰ ਜਾਂ ਪਾਵੰਡਿਆਂ ਤੋਂ ਪੈਰ, ਸੁੰਦਰ ਗਲੀਚਿਆਂ ਤੋਂ ਪੈਰ ਥੱਲੇ ਨਹੀਂ ਲਾਇਆ, ਉਹ ਅਕਬਰ ਬਾਦਸ਼ਾਹ ਵੀ ਇਹ ਦਰ ਨੂੰ ਵੱਡਾ ਜਾਣ ਕੇ ਤੇ ਨੰਗੇ ਪੈਰੀਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਆ ਰਿਹਾ। ਤੇ ਆਪਣੇ ਹੁਣ ਕੀ ਆ, ਉਹ ਜਰਾਬਾਂ ਲਾਏ ਬਿਨਾਂ ਹੀ ਵੜ ਜਾਂਦੇ ਆ। ਇਹਨਾਂ ਕੋਲ ਅਜੇ ਅਹੁਦਾ ਹੀ ਕੋਈ ਨਹੀਂ, ਤੋ ਜੇ ਇਹਨਾਂ ਕੋਲ ਅਹੁਦਾ ਹੋਵੇ ਕੋਈ ਤੇ ਫੇਰ ਕੀ ਕਰਨ। ਅਕਬਰ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਨੰਗੇ ਪੈਰੀਂ ਆਉਂਦਾ। ਫਿਰ ਉਹ ਬਹਾਨੇ ਬਣਾਉਂਦੇ ਆ, ਕਹਿੰਦੇ ਜੀ ਆਖੇ ਜੇ ਕੋਈ ਹੋਵੇ ਝਾੜ ਬੂਟ, ਕੋਈ ਕੰਡੇ ਆਦਿਕ ਹੋਣ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣੀ ਹੋਵੇ ਤੇ ਆਖੇ ਜੋੜੇ ਪਾ ਲੈਣੇ ਚਾਹੀਦੇ ਆ। ਤੇ ਜਾਂ ਕਹਿੰਦੇ ਆ ਜੀ ਕੋਈ ਇਹੋ ਜਿਹਾ ਜਿਵੇਂ ਤੱਤਾ ਥਾਂ ਐਸਾ ਵੈਸਾ ਕੁਝ ਹੋਵੇ, ਜੋੜੇ ਪਾ ਲੈਣੇ ਚਾਹੀਦੇ ਆ। ਪਰ ਇਹਨਾਂ ਨੂੰ ਪੁੱਛੇ ਵੀ ਜਦੋਂ ਤਾਂ ਕੋਈ ਛੋਟਾ ਮੋਟਾ ਮੰਤਰੀ ਆਉਂਦਾ ਉਦੋਂ ਤਾਂ ਗਲੀਆਂ ਨਾਲੀਆਂ ਵੀ ਸਾਫ਼ ਕਰ ਦਿੰਦੇ ਆ, ਤੇ ਕੰਡੇ ਝਾੜ ਬੂਟ ਰੂੜੀਆਂ ਵੀ ਪਿੰਡੋਂ ਲੜ ਲੜ ਕੇ ਚੁਕਾ ਦਿੰਦੇ ਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੇ ਸਰੂਪ ਜਾਣਾ ਤੇ ਹੱਥ ਟੁੱਟੇ ਆ, ਕੰਡੇ ਨਹੀਂ ਪਾਸੇ ਹੁੰਦੇ। ਫਿਰ ਅਸਵਾਰੀ ਮਹਾਰਾਜ ਵਾਸਤੇ ਜਥਾ ਗੱਡੀਆਂ ਆਦਿਕ ਹਨ, ਸਤਿਗੁਰਾਂ ਦਾ ਸਵਾਰਾ ਉਹਦੇ ਤੇ ਲੈ ਜਾਇਆ ਜਾਵੇ। ਨਹੀਂ ਤਾਂ ਕੋਸ਼ਿਸ਼ ਕਰੋ ਵੀ ਜਿੱਥੇ ਕੰਡੇ ਝਾੜ ਬੂਟ ਆ ਉਹ ਪਾਸੇ ਵੀ ਹੋ ਸਕਦੇ ਆ। ਜਦੋਂ ਕੋਈ ਲੀਡਰ ਆਉਂਦਾ ਉਦੋਂ ਵੀ ਤਾਂ ਹੁੰਦੇ ਹੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਾਰੀ ਆ ਇੱਥੇ ਕੱਲ ਕੇ ਪਰਸੋਂ ਆ ਜਿਹੜਾ ਇੱਥੇ ਟਿੱਬੇ ਤੇ ਗੁਰੂ ਘਰ ਹੈ, ਉਥੋਂ ਦਾ ਉਹ ਗ੍ਰੰਥੀ ਮੇਰਾ ਖਿਆਲ ਇੱਥੇ ਵੀ ਰਹਿ ਕੇ ਗਿਆ ਆ, ਕੀ ਨਾਂ ਉਹਦਾ, ਕੁਲਦੀਪ ਸੌ। ਤੇ ਦੱਸਦੇ ਪਿਤਾ ਜੀ ਵਰਗੇ ਕਹਿੰਦੇ ਆ ਕਿ ਉਥੇ ਸੁਖਮਣੀ ਸਾਹਿਬ ਸੀ, ਪਾਠ ਕਿਸੇ ਦੇ ਘਰੇ, ਤੇ ਉਹ ਜਿਹਨੇ ਸਰੂਪ ਚੁੱਕਿਆ ਸੀ ਤੇ ਸਵਾਰੀ ਲਈ ਆ ਉਹ ਜੋੜਾ ਪਾਈ ਫਿਰੇ। ਅਜੇ ਬਾਬਾ ਜੀ ਤਾਂ ਜੇ ਅੰਦਰ ਹੀ ਸਨ ਕਮਰੇ 'ਚ ਹੀ, ਤੇ ਉਹ ਸਰੂਪ ਲੈ ਕੇ ਜਦੋਂ ਉਹ ਜੋੜਾ ਪਾਇਆ, ਉਹ ਆਂਦੇ ਅਸੀਂ ਉਹਨੂੰ ਰੋਕਿਆ ਵੀ ਜੋੜਾ ਲਾ ਭਾਈ, ਤੂੰ ਸਰੂਪ ਸੀਸ ਤੇ ਲਿਆ ਤੇ ਜੋੜਾ ਪਾਈ ਫਿਰਦਾ। ਤੇ ਮਗਰੋਂ ਵੇਖਿਆ ਉਹ ਕੁਲਦੀਪ ਸੌ ਜਿਹੜਾ ਗ੍ਰੰਥੀ ਉਹ ਵੀ ਜੋੜਾ ਪਾ ਕੇ ਤੁਰਿਆ ਹੋਵੇ ਤੇ ਹੱਥ 'ਚ ਚੌਰ ਸਾਹਿਬ ਫੜਿਆ। ਉਹ ਕਹਿੰਦੇ ਹੁਣ ਦੱਸੋ ਕੀ ਆਖੀਏ, ਵੀ ਜਿਹਨੇ ਰੋਕਣਾ ਹੈ ਉਹ ਤਾਂ ਆਪ ਜੋੜਾ ਪਾ ਕੇ ਤੁਰਿਆ ਆਉਂਦਾ। ਤੋ ਇਹੋ ਜਿਹੇ ਸਾਧ ਸੰਗਤ ਜੀ ਜਿਹੜੇ ਵੈ ਸਾਰੀ ਉਮਰ ਗੁਰੂ ਘਰਾਂ 'ਚ ਲੰਘ ਗਈ ਹੈ, ਮੱਤ ਅਜੇ ਨਹੀਂ ਆਈ। ਇਹੋ ਜਿਹੇ ਹੈ ਮਨਮਤੀਏ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਕਿਵੇਂ ਕਰਨਾ ਹੈ ਅਸੀਂ ਦੱਸਣਾ ਹੈ। ਕੋਈ ਪ੍ਰਚਾਰ ਰਾਹੀਂ ਦੱਸੇ, ਕੋਈ ਗੁਰੂ ਘਰ ਦਾ ਗ੍ਰੰਥੀ ਦੱਸੇ। ਤੇ ਜੇ ਗ੍ਰੰਥੀ ਆਪ ਜੋੜਾ ਪਾ ਕੇ ਚੌਰ ਸਾਹਿਬ ਕਰਦਾ ਫਿਰੇ ਉੱਥੇ ਸਾਧ ਸੰਗਤ ਜੀ ਕੀ ਆਖੀਏ। ਤੋ ਫਿਰ ਉਹ ਦੱਸਦੇ, ਉਹ ਕਹਿੰਦੇ ਅਸੀਂ ਫਿਰ ਚੁੱਪ ਕਰ ਗਏ ਵੀ ਸੰਗਤ ਨੂੰ ਤਾਂ ਆਖਿਆ ਉਹਨੇ ਤਾਂ ਲਾਹ ਦਿੱਤੇ, ਇਹਨੂੰ ਕੀ ਆਖੀਏ ਵੀ ਜਿਹਨੇ ਲਹਾਉਣੇ ਉਹੀ ਪਾਈ ਫਿਰਦਾ। ਇਹੋ ਜਿਹੇ ਉਹ ਹਾਲਤ ਹੈ। ਤੋ ਅਕਬਰ ਬਾਦਸ਼ਾਹ ਨਾਲੋਂ ਤਾਂ ਵੱਡੇ ਨਹੀਂ, ਚਲੋ ਗ੍ਰੰਥੀ ਸਿੰਘ ਦਾ ਪਦਵੀ ਉਸ ਤਰ੍ਹਾਂ ਵੱਡੀ ਹੈ, ਪਰ ਉਹ ਪਦਵੀ ਮਹਾਰਾਜ ਕਹਿੰਦੇ ਤਖਤ ਬਹਿ ਤਖਤ ਹੈ ਕਿ ਲਾਇਕ, ਤਖਤ ਤੇ ਉਹ ਬਹਿੰਦਾ ਜਿਹੜਾ ਤਖਤ ਦੇ ਲਾਇਕ ਹੋਵੇ। ਪਦਵੀ ਤਾਂ ਬਾਬਾ ਬੁੱਢਾ ਸਾਹਿਬ ਵਾਲੀ ਹੈ, ਪਰ ਬਾਬਾ ਬੁੱਢਾ ਸਾਹਿਬ ਦੇ ਪੈਰ ਵਰਗੇ ਵੀ ਬਣੀਏ ਨਾ। ਤੋ ਇਸ ਤਰ੍ਹਾਂ ਜਿਹੜਾ ਹੈ ਉਹ ਅਕਬਰ ਪਾਤਸ਼ਾਹ ਇਤਿਹਾਸ ਦੱਸ ਹੀ ਰਹੇ ਆ ਵੀ ਵਿਛਾਈ ਕੀਤੀ ਹੋਈ ਅਕਬਰ ਨੇ ਹੱਥ ਨਾਲ ਪਾਸੇ ਕਰ ਦਿੱਤੀ, ਨੰਗੇ ਪੈਰੀਂ ਚੱਲ ਕੇ ਆਇਆ। ਹੁਣ ਵੀ ਆ ਚਰਨ ਕੁੰਡ ਆਪਣੇ ਬਣਿਆ ਹੋਇਆ, ਕਈ ਉਹ ਛਾਲ ਮਾਰ ਕੇ ਲੰਘ ਜਾਂਦੇ ਆ, ਫਿਰ ਉਸੇ ਤਰ੍ਹਾਂ ਹੀ ਜਰਾਬਾਂ ਪਾ ਕੇ ਦਰਬਾਰ ਵਿੱਚ ਆ ਜਾਂਦੇ ਆ। ਤੋ ਇਹਦੇ ਵਿੱਚ ਕੋਈ ਵਡਿਆਈ ਨਹੀਂ ਵੀ ਅਸੀਂ ਬਹੁਤ ਪੜ੍ਹੇ ਲਿਖੇ ਹਾਂ ਜਾਂ ਅਸੀਂ ਬੜੇ ਅੰਗਰੇਜ਼ ਬਣ ਗਏ ਹਾਂ। ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਦੀ ਖੁਸ਼ੀ ਹੈ, ਜੈਸਾ ਸੇਵਾ ਤੈਸੋ ਹੋਵੇ। ਜਿਹੋ ਜਿਹਾ ਖਾਲਸਾ ਜੀ ਇਹਦੀ ਸੇਵਾ ਕਰੋਗੇ, ਇੱਛਾ ਰੱਖੋਗੇ, ਤੁਹਾਨੂੰ ਉਹੋ ਜਿਹੇ ਫਲ ਮਿਲੇਗਾ। ਜੈਸੀ ਮਨਸਾ ਤੈਸੀ ਦਸਾ। ਜਿਹੋ ਜਿਹੀ ਤੁਹਾਡੀ ਮਨਸਾ ਹੈ, ਮਹਾਰਾਜ ਦੇ ਪ੍ਰਥਾਏ ਸਤਿਕਾਰ ਸ਼ਰਧਾ, ਤੁਹਾਨੂੰ ਧੰਨੇ ਨੂੰ ਪੱਥਰ 'ਚੋਂ ਹੀ ਮਿਲ ਗਿਆ, ਕਿਉਂਕਿ ਉਹਦੇ ਮਨ ਵਿੱਚ ਸਤਿਕਾਰ ਭਾਵਨਾ ਪੱਥਰ ਦੇ ਪ੍ਰਥਾਈ ਪਰਮੇਸ਼ਰ ਵਰਗੀ ਹੈ। ਤੋ ਇਸ ਤਰ੍ਹਾਂ ਅਕਬਰ ਪਾਤਸ਼ਾਹ ਵਰਗੇ ਨੰਗੇ ਪੈਰੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਵਾਸਤੇ ਵਿਛਾਈਆਂ ਸਭ ਪਾਸੇ ਕਰ ਦਿੱਤੀਆਂ। ਸੇਵਕਾਂ ਨੂੰ ਵੀ ਨਹੀਂ ਆਖਿਆ, ਆਪਦੇ ਹੱਥੀਂ ਵਿਛਾਈਆਂ ਪਾਸੇ ਕੀਤੀਆਂ। ਤੇ ਇਸ ਤਰ੍ਹਾਂ ਅਕਬਰ ਪਾਤਸ਼ਾਹ ਤੁਰਿਆ ਹੈ ਨੰਗੇ ਪੈਰੀਂ ਤੱਤੀ ਰੇਤ ਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ।
ਸ਼੍ਰੀ ਗੁਰ ਕੇ ਸਮੀਪ ਚੱਲ ਆਏਬ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਅਕਬਰ ਨੰਗੇ ਪੈਰੀਂ ਚੱਲ ਕੇ ਸਮੇਤ ਫੌਜ ਦੇ ਆਇਆ ਹੈ। ਅੰਗ ਵਿਭੂਖਣ ਸੰਗ ਸੁਹਾਏਬ ਜਿਸ ਅਕਬਰ ਪਾਤਸ਼ਾਹ ਦੇ ਸਰੀਰ ਤੇ ਬੜੇ ਮਹਿੰਗੇ ਸੁਖਦਾਇਕ ਗਹਿਣੇ ਸ਼ੋਭਾਵੰਤ ਪਾਏ ਹੋਏ ਆ ਜਾਤ ਰੂਪ ਕੇ ਜਰਤੀ ਕਰੇ ਤੇ ਬੇਅੰਤ ਸੁੰਦਰ ਜਿਹੜਾ ਵਾ ਤਰ੍ਹਾਂ ਦਾ ਕੱਪੜਾ ਜਿਹੜਾ ਹੈ ਚੰਗੀ ਜਾਤ ਦਾ ਜਾਂ ਚੰਗੀ ਜਾਤ ਦੇ ਭਾਵ ਸੋਨੇ ਦੇ ਕੜੇ ਜਿਹੜੇ ਪਾਏ ਹੋਏ ਆ ਬੜੀ ਜੜਤ ਕੀਤੀ ਹੋਈ ਆ ਜਾਹਰ ਜੋਤ ਜਵਾਹਰ ਜਰੇ ਜਿਵੇਂ ਜੋਤ ਜਗਦੀ ਆ ਜਹਰ ਪ੍ਰਤਾਖੀ ਜਵਾਹਰ ਮਹਿੰਗੇ ਮੋਤੀ ਹੀਰੇ ਅਕਬਰ ਦੇ ਪਾਏ ਹੋਏ ਕੜਿਆਂ ਤੇ ਜੜੇ ਹੋਏ ਆ ਦਮਕ ਹੈ ਹੀਰਾ ਅਰਗਨ ਮੋਤੀ ਤੇ ਗਲ ਵਿੱਚ ਪਾਈ ਮੋਤੀਆਂ ਦੀ ਮਾਲਾ ਜਿਹੜੀ ਹੈ ਉਹਦੇ ਵਿੱਚ ਲੱਗੇ ਹੋਏ ਹੀਰੇ ਬੜੇ ਚਮਕ ਰਹੇ ਆ ਦਮਕ ਰਹੇ ਆ ਬਹੁ ਮੋਲੇ ਸ਼ੋਭਾ ਵੱਡ ਹੋਤੀ ਬੜੇ ਮਹਿੰਗੇ ਮੁੱਲ ਦੇ ਕੱਪੜੇ ਗਹਿਣੇ ਪਾਏ ਹੋਏ ਆ ਅਕਬਰ ਪਾਤਸ਼ਾਹ ਦੇ ਹਾਰ ਪਾਏ ਹੋਏ ਆ ਗਲ ਵਿੱਚ ਮਾਲਾ ਆਦਿਕ ਜਿਨ੍ਹਾਂ ਦੀ ਬੜੀ ਸੁੰਦਰ ਸ਼ੋਭਾ ਹੋ ਰਹੀ ਹੈ ਸੁੰਦਰ ਸੂਖਮ ਬਸਤਰ ਸੁਹਾਵਤ ਤੇ ਉਹ ਸੋਹਣੇ ਪਤਲੇ ਬਰੀਕ ਤਾਰਾਂ ਦੇ ਜਾਂ ਸੋਨੇ ਦੀਆਂ ਤਾਰਾਂ ਜੀ ਦੇ ਕੱਪੜੇ ਵਿੱਚ ਇਹੋ ਜਿਹੇ ਬੇਸ਼ਕੀਮਤੀ ਸੂਖਸ਼ਮ ਬਰੀਕ ਕੱਪੜੇ ਬਸਤਰ ਪਾਏ ਹੋਏ ਸ਼ੋਭ ਰਹੇ ਆ ਹੋਤ ਸਤਿਮਾਨ ਚਲ ਆਵਤ ਸਤੂਯਮਾਨ ਤੋ ਉਸਤਤੀ ਹੋ ਰਹੀ ਮਨ ਉਸਤਤੀ ਵਾਲੇ ਬਸਤਰ ਐ ਸੁੰਦਰ ਗਹਿਣੇ ਗੱਟੇ ਸਾਰੇ ਹੀ ਬੇਅੰਤ ਉਸਤਤ ਵਾਲੇ ਕਿਹਦੀ ਉਸਤਤ ਕਰੀਏ ਇਹੋ ਜੇ ਮਹਿੰਗੇ ਬੇਸ਼ਕੀਮਤੀ ਗਹਿਣੇ ਹਾਰ ਸੋਹਣਾ ਬੇਅੰਤ ਸੁੰਦਰ ਵਸਤਰ ਪੁਸ਼ਾਕੇ ਪਹਿਨੇ ਹੋਏ ਐ ਅਕਬਰ ਬਾਦਸ਼ਾਹ ਆਇਆ ਹੈ ਲੱਖ ਹਸੀਸ ਨੰਬਰ ਜਿਸ ਜਗ ਆਗੇ ਤੇ ਜਿਸ ਗੁਰੂ ਅਮਰਦਾਸ ਮਹਾਰਾਜ ਅੱਗੇ ਲੱਖਾਂ ਸਿਰ ਵੀ ਨੀਵੇਂ ਹੋ ਜਾਂਦੇ ਆ ਉਸ ਦੇ ਦਰਸ਼ਨ ਕਰਨ ਪਹੁੰਚਿਆ ਹੈ ਮਹਾ ਪ੍ਰਤਾਪਵੰਤ ਦਤ ਜਾਗੇ ਜਿਸ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾਂ ਕਹਿ ਲਓ ਜਿਹੜਾ ਅਕਬਰ ਪਾਤਸ਼ਾਹ ਜੀ ਦੇ ਅੱਗੇ ਸਾਰਾ ਹਿੰਦੁਸਤਾਨ ਸਿਰ ਝੁਕਾਉਂਦਾ ਤੇ ਬਹੁਤ ਪ੍ਰਤਾਪ ਜਿਸ ਦਾ ਹੈ ਕੰਚਨ ਛਰੀਦਾਰ ਅਗਵਾਉ ਤੇ ਜਿਹੜੇ ਅਕਬਰ ਪਾਤਸ਼ਾਹ ਜਦੋਂ ਚੱਲ ਰਿਹਾ ਹੈ ਸੋਨੇ ਰੰਗੀਆਂ ਪੁਸ਼ਾਕਾਂ ਪਾਈਆਂ ਕਵੀ ਜੀ ਕਹਿੰਦੇ ਆ ਕਿ ਜਿਸ ਅਕਬਰ ਦੇ ਅੱਗੇ ਲੱਖਾਂ ਸਿਰ ਝੁਕ ਜਾਂਦੇ ਆ ਸਾਰਾ ਹਿੰਦੁਸਤਾਨ ਸੀਸ ਝੁਕਾਉਂਦਾ ਹੈ ਉਹ ਚੱਲ ਕੇ ਗੋਇੰਦਵਾਲ ਆਇਆ ਨੰਗੇ ਪੈਰੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਸੋਨੇ ਦੀਆਂ ਛੜੀਆਂ ਫੜੀਆਂ ਹੋਈਆਂ ਅੱਗੇ ਚੋਬਦਾਰ ਜਾ ਰਹੇ ਜਿਵੇਂ ਪਿੱਛੇ ਪੈਰ ਤੁਰਦੇ ਆ ਚੋਬਦਾਰ ਸੋਨੇ ਦੀਆਂ ਹੱਥ ਵਿੱਚ ਉਹ ਡੰਗੋਰੀਆਂ ਡਾਂਗ ਛੜੀਆਂ ਪਕੜੀਆਂ ਹੋਈਆਂ ਹਨ ਹਾਥ ਬੈਂਤ ਧਾਰੀ ਸਮਦਾਉ ਤੇ ਸਾਰਿਆਂ ਨੇ ਹੱਥ ਵਿੱਚ ਜਿਵੇਂ ਉਹ ਬਹੁਤ ਸੁੰਦਰ ਬੈਂਤ ਜੇ ਪਕੜੇ ਹੋਏ ਆ ਵਸਤਰ ਵਿਭੂਖਨ ਸੁੰਦਰ ਜਿਨ ਕੇ ਜਿਹੜੇ ਨਾਲ ਦੇ ਆ ਫੌਜਦਾਰ ਬੜੇ ਵੱਡੇ ਵੱਡੇ ਜਰਨੈਲ ਅਕਬਰ ਬਾਦਸ਼ਾਹ ਦੇ ਨਾਲ ਹਨ ਜਿਨ੍ਹਾਂ ਨੇ ਬਹੁਤ ਬੇਸ਼ਕੀਮਤੀ ਗਹਿਣੇ ਵਸਤਰ ਪਹਿਨੇ ਹੋਏ ਆ ਜਹਾਂ ਦੇ ਟੋਲ ਚਲਤ ਸੰਗ ਤਿਨ ਕੇ ਤੇ ਚਾਰੇ ਪਾਸੇ ਟੋਲਾ ਬੰਨ ਕੇ ਜਿਵੇਂ ਸਿਕਿਉਰਿਟੀ ਕਰਦੇ ਆ ਨਾ ਉਸ ਸੁਰੱਖਿਆ ਵਜੋਂ ਸਾਰੇ ਨਾਲ ਚੱਲ ਰਹੇ ਆ ਦਰਸ਼ਨ ਕਰਤ ਨਮਰ ਹੋਏ ਬੈਠੇ ਤੇ ਸਤਿਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ ਅਕਬਰ ਪਾਤਸ਼ਾਹ ਨੇ ਸਾਰੀ ਫੌਜ ਨੇ ਜਿਹੜੇ ਵੀ ਕੋਈ ਨਾਲ ਹੈ ਅਮੀਰ ਵਜ਼ੀਰ ਦਰਸ਼ਨ ਕਰਕੇ ਬਹੁਤ ਸਤਿਕਾਰ ਕੀਤਾ ਸਤਿਗੁਰਾਂ ਦਾ ਨਿਮਰਤਾ ਸਹਿਤ ਚਰਨੀ ਹੱਥ ਲਾ ਸੰਗਤ ਵਿੱਚ ਮਹਾਰਾਜ ਦੇ ਪਾਸ ਬੈਠ ਗਿਆ ਅਕਬਰ ਅਦਬ ਕਰੇ ਕਰ ਪਾਦ ਇਕੱਠੇ ਤੇ ਅਕਬਰ ਨੇ ਫਿਰ ਚੌਂਕੜਾ ਕਿੱਥੇ ਵੱਜਦਾ ਹੈ ਅਮੀਰ ਵਜ਼ੀਰ ਹੈ ਫਿਰ ਪਾਦਸ਼ਾਹ ਹੈ ਅਕਬਰ ਨੇ ਪੈਰ ਨਹੀਂ ਗਾਂ ਕੱਢੇ ਮਹਾਰਾਜ ਵਾਲੇ ਪਾਸਿਓਂ ਭਾਵ ਸੰਕੋਚ ਕੇ ਚੌਂਕੜਾ ਮਾਰ ਕੇ ਅਕਬਰ ਪਾਤਸ਼ਾਹ ਲੱਤਾਂ ਦੀਆਂ ਇਕੱਠੀਆਂ ਕਰਕੇ ਚੌਂਕੜਾ ਮਾਰ ਕੇ ਬੈਠਾ ਭਾਵ ਅਕਬਰ ਪਾਤਸ਼ਾਹ ਨੇ ਵੀ ਮਹਾਰਾਜ ਵਾਲੇ ਪਾਸੇ ਚਰਨ ਜਿਵੇਂ ਆਪਾਂ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਪੈਰ ਵੀ ਆਪਣੇ ਸੰਕੋਚ ਕੇ ਅਕਬਰ ਪਾਤਸ਼ਾਹ ਬੈਠਾ ਸਤਿਗੁਰਾਂ ਦੇ ਵਾਲੇ ਪਾਸੇ ਚਰਨ ਨਹੀਂ ਕੀਤੇ ਪੈਰ ਵੀ ਆਪਦੇ ਪੁਸ਼ਾਕੇ ਦੇ ਵਿੱਚ ਹੀ ਕਰ ਲਏ ਆ ਚੌਂਕੜਾ ਮਾਰ ਕੁਸਲ ਪ੍ਰਸ਼ਨ ਕਰ ਆਪਸ ਬਿਖੈ ਆਪਸ ਵਿੱਚ ਗੁਰੂ ਸਤਿਗੁਰਾਂ ਨੇ ਵੀ ਅਕਬਰ ਬਾਦਸ਼ਾਹ ਨੂੰ ਪੁੱਛੀ ਆ ਰਾਜੀ ਖੁਸ਼ੀ ਪਰਿਵਾਰ ਦੀ ਸੁੱਖ ਸਾਂਦ ਅਕਬਰ ਨੇ ਵੀ ਸਤਿਗੁਰਾਂ ਪਾਸੋਂ ਖੁਸ਼ ਆਨੰਦ ਪੁੱਛਿਆ ਹੈ ਰਾਜੀ ਖੁਸ਼ੀ ਪੁੱਛੀ ਹੈ ਪ੍ਰੇਮ ਕਰੇ ਗੁਰ ਦਰਸ਼ਨ ਪਿਖੈ ਤੇ ਬਹੁਤ ਪ੍ਰੇਮ ਕੀਤਾ ਸਤਿਗੁਰਾਂ ਨੇ ਵੀ ਅਕਬਰ ਪਾਤਸ਼ਾਹ ਨੇ ਮਹਾਰਾਜ ਦੇ ਦਰਸ਼ਨ ਕੀਤੇ ਆ ਦਰਸ਼ਨ ਕਰਨ ਉਪਰੰਤ ਮਹਾਰਾਜ ਨੂੰ ਬਹੁਤ ਅਦਬ ਪ੍ਰੇਮ ਸਤਿਕਾਰ ਕੀਤਾ ਹੈ ਨਹੀਂ ਦੇਖਤੇ ਅਚਿਓ ਆਹਾਰਾ ਤੇ ਇਹ ਅਕਬਰ ਬਾਦਸ਼ਾਹ ਨੇ ਨਾ ਲੰਗਰ ਕਿਉਂਕਿ ਪਤਾ ਨਹੀਂ ਸੀ ਸਿੱਧਾ ਹੀ ਆ ਗਿਆ ਸੀ ਅਕਬਰ ਪਾਤਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ
ਤੇ ਲੰਗਰ ਛਕੇ ਤੋਂ ਬਿਨਾਂ ਹੀ ਸਤਿਗੁਰਾਂ ਦੇ ਪਾਸ ਇਹੀ ਨੇਮ ਗੁਰ ਹਿਰਦੇ ਚਿਤਾਰਾ। ਅਕਬਰ ਬੈਠਾ ਹੈ। ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦਾ ਹੁਣ ਨਿਯਮ ਆ ਵੀ ਦਰਸ਼ਨ ਤਦੇ ਦਿੰਦੇ ਆ ਜੇ ਕੋਈ ਲੰਗਰ ਪ੍ਰਸ਼ਾਦਾ ਛਕਿਆ ਹੋਵੇ। ਤੋ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਹੁਣ ਵਿਚਾਰ ਲਿਆ, ਜਾਣਗੇ ਜਾਨੀ ਜਾਣ ਪਾਤਸ਼ਾਹ ਵੀ ਇਹ ਲੰਗਰ ਨਹੀਂ ਛਕ ਕੇ ਆਇਆ ਹੈ। ਤੂਰਨ ਅਕਬਰ ਕੋ ਮਨ ਪ੍ਰੇਰਾ। ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ। ਸਤਿਗੁਰਾਂ ਨੇ ਅਕਬਰ ਦਾ ਆਪਣੇ ਸੱਚੇ ਪਾਤਸ਼ਾਹ ਦਿਵ ਦ੍ਰਿਸ਼ਟੀ ਨਾਲ ਹੀ, ਮਿਹਰਾਮਤ ਨਾਲ ਹੀ ਸਤਿਗੁਰਾਂ ਨੇ ਅਕਬਰ ਪਾਤਸ਼ਾਹ ਦਾ ਮਨ ਜਿਹੜਾ ਉਹ ਪ੍ਰੇਰ ਦਿੱਤਾ ਹੈ।